ਸ਼੍ਰੀ ਅਕਾਲ। ਤੁਸੀਂ ਵੇਖ ਰਹੇ ਹੋ ਟੀਵੀ ਪੰਜਾਬ ਤੇ ਮੈਂ ਹਾਂ ਤੁਹਾਡੇ ਨਾਲ ਇੰਦਰਪ੍ਰੀਤ ਕੌਰ ਸੰਗੇੜਾ। ਖਬਰਾਂ ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਹੈ। ਸਭ ਤੋਂ ਪਹਿਲਾਂ ਨਜ਼ਰ ਮਾਰਦੇ ਹਾਂ ਹੈਡਲਾਈਨਸ ਤੇ। ਇਮੀਗ੍ਰੈਂਟਸ ਲਈ ਚੰਗੀ ਖਬਰ, ਹੁਣ ਵੱਧ ਇਮੀਗ੍ਰੈਂਟਸ ਆ ਸਕਣਗੇ ਨੋਵਾ ਸਕੋਸ਼ੀਆ। ਫਾਈਲਾਂ ਦੇ ਬੈਕਲੌਗ ਵਿੱਚ ਵਾਧਾ, ਅਪਲਾਈ ਕਰਨ ਵਾਲਿਆਂ ਨੂੰ ਕਰਨਾ ਪਵੇਗਾ ਇੰਤਜ਼ਾਰ। ਸਿੱਖਾਂ ਦੀ ਗ੍ਰਿਫਤਾਰੀ ਤੇ ਜਗਮੀਤ ਸਿੰਘ ਨੇ ਮੰਗਿਆ ਜਵਾਬ। ਇਸ ਮਾਮਲੇ ਸੰਬੰਧੀ ਪੁੱਛੇ ਜਗਮੀਤ ਸਿੰਘ ਨੇ ਸਵਾਲ। ਮਹਿੰਗਾਈ ਤੇ ਕੈਨੇਡਾ ਸਰਕਾਰ ਪਾਵੇਗੀ ਕਾਬੂ, $8.9 ਬਿਲੀਅਨ ਦੀ ਰਾਹਤ ਦਾ ਐਲਾਨ। ਇਮੀਗ੍ਰੈਂਟਸ ਵਾਸਤੇ ਇੱਕ ਚੰਗੀ ਖਬਰ ਸਾਹਮਣੇ ਆ ਰਹੀ ਹੈ, ਜਿੱਥੇ ਸੂਬੇ ਵੱਲੋਂ ਦੱਸਿਆ ਗਿਆ ਕਿ ਉਹਨਾਂ ਵੱਲੋਂ ਵੱਧ ਇਮੀਗ੍ਰੈਂਟਸ ਦਾ ਸਵਾਗਤ ਕੀਤਾ ਜਾਵੇਗਾ। ਇਹ ਜਾਣਕਾਰੀ ਨੋਵਾ ਸਕੋਸ਼ੀਆ ਸੂਬੇ ਤੋਂ ਸਾਹਮਣੇ ਆ ਰਹੀ ਹੈ, ਜੋ ਉਹਨਾਂ ਵੱਲੋਂ ਮਾਈਗ੍ਰੇਟ ਸੰਬੰਧੀ ਕੋਟਾ ਤੈਅ ਕੀਤਾ ਗਿਆ ਸੀ, ਉਸ ਤੋਂ ਹੁਣ ਜ਼ਿਆਦਾ ਇਮੀਗ੍ਰੈਂਟਸ ਦਾ ਸਵਾਗਤ ਉਹਨਾਂ ਵੱਲੋਂ ਕੀਤਾ ਜਾਵੇਗਾ। ਨੋਵਾ ਸਕੋਸ਼ੀਆ ਤੋਂ ਇਮੀਗ੍ਰੇਸ਼ਨ ਬਾਰੇ ਇੱਕ ਚੰਗੀ ਤੇ ਵੱਡੀ ਖਬਰ ਸਾਹਮਣੇ ਆਈ ਹੈ। ਨੋਵਾ ਸਕੋਸ਼ੀਆ ਵਿੱਚ ਹੁਣ ਇਸ ਸਾਲ ਵੱਧ ਇਮੀਗ੍ਰੈਂਟਸ ਆ ਸਕਣਗੇ। ਇਸ ਸੂਬੇ ਵਿੱਚ ਸੈਟਲ ਹੋਣ ਦੇ ਇੱਛੁਕ 5000 ਤੋਂ ਵੱਧ ਬਿਨੇਕਾਰ ਅਪਲਾਈ ਕਰ ਸਕਦੇ ਨੇ ਤੇ ਪਿਛਲੇ ਸਾਲ ਇਹ ਗਿਣਤੀ 3000 ਤੋਂ ਵੱਧ ਦੀ ਸੀ, ਜੋ ਕਿ ਹੁਣ ਵਧਾ ਦਿੱਤੀ ਗਈ ਹੈ। ਜੀ ਹਾਂ, ਨੋਵਾ ਸਕੋਸ਼ੀਆ ਸਰਕਾਰ ਵੱਲੋਂ ਰਾਹਤ ਦੀ ਖਬਰ ਦਿੰਦਿਆਂ ਪ੍ਰੋਵਿੰਸ਼ੀਅਲ ਨੋਮੀਨੇਸ਼ਨ ਪ੍ਰੋਗਰਾਮ ਅਤੇ ਐਟਲਾਂਟਿਕ ਇਮੀਗ੍ਰੇਸ਼ਨ ਪ੍ਰੋਗਰਾਮ ਦੀ ਅਲਾਟਮੈਂਟ ਦੀ ਗਿਣਤੀ ਵਿੱਚ ਵਾਧਾ ਕਰਨ ਦਾ ਐਲਾਨ ਕੀਤਾ ਹੈ। ਉਨ੍ਹਾਂ ਵੱਲੋਂ ਇਸ ਦੀ ਜਾਣਕਾਰੀ ਨਿਊਜ਼ ਰਿਲੀਜ਼ ਵਿੱਚ ਸਾਂਝੀ ਕੀਤੀ ਗਈ। ਇਸ ਦੌਰਾਨ ਜਾਣਕਾਰੀ ਸਾਂਝੀ ਕੀਤੀ ਗਈ ਹੈ ਕਿ ਨੋਵਾ ਸਕੋਸ਼ੀਆ ਵਿੱਚ ਸੈਟਲ ਹੋਣ ਵਾਸਤੇ ਸਰਕਾਰ 5430 ਬਿਨੇਕਾਰਾਂ ਦੀਆਂ ਅਰਜ਼ੀਆਂ ਮਨਜ਼ੂਰ ਕਰ ਸਕਦੀ ਹੈ, ਜੋ ਕਿ ਪਹਿਲਾਂ ਦੇ ਮੁਕਾਬਲੇ 4% ਵਾਧਾ ਹੈ। ਸਾਲ 2021 ਵਿੱਚ ਪ੍ਰੋਵਿੰਸ ਸਰਕਾਰ ਨੇ 3857 ਅਰਜ਼ੀਆਂ ਮਨਜ਼ੂਰ ਕੀਤੀਆਂ ਸਨ। ਦੱਸਿਏ ਕਿ ਪ੍ਰੋਵਿੰਸ਼ੀਅਲ ਨੋਮੀਨੇਸ਼ਨ ਪ੍ਰੋਗਰਾਮ ਵਿੱਚ 400 ਨਵੀਆਂ ਅਰਜ਼ੀਆਂ ਸ਼ਾਮਿਲ ਕੀਤੀਆਂ ਗਈਆਂ, ਜੋ ਕਿ ਪਿਛਲੇ ਸਾਲ ਦੇ ਮੁਕਾਬਲੇ 17% ਵੱਧ ਹਨ। ਇਸ ਪ੍ਰੋਗਰਾਮ ਤਹਿਤ ਨਵੇਂ ਇਮੀਗ੍ਰੈਂਟਸ ਜਿਹੜੇ ਇੱਥੇ ਆਉਣਗੇ, ਇਹਨਾਂ ਵਿੱਚ ਡਾਕਟਰ, ਕਾਰੋਬਾਰੀ ਅਤੇ ਨੋਵਾ ਸਕੋਸ਼ੀਆ ਵਿੱਚ ਲੋੜੀਂਦਾ ਹੁਨਰਮੰਦ ਕਾਮੇ ਸ਼ਾਮਿਲ ਨੇ। ਇਹਨਾਂ ਨੂੰ ਇਮੀਗ੍ਰੇਸ਼ਨ ਵਾਸਤੇ ਅਪਾਇੰਟ ਕੀਤਾ ਜਾਵੇਗਾ। ਇਸ ਤੋਂ ਇਲਾਵਾ ਐਟਲਾਂਟਿਕ ਇਮੀਗ੍ਰੇਸ਼ਨ ਪ੍ਰੋਗਰਾਮ ਤਹਿਤ ਨੋਵਾ ਸਕੋਸ਼ੀਆ ਲਈ 1173 ਨਵੀਆਂ ਸੀਟਾਂ ਸ਼ਾਮਿਲ ਕੀਤੀਆਂ ਗਈਆਂ ਨੇ, ਜੋ ਕਿ ਪਿਛਲੇ ਸਾਲ ਨਾਲੋਂ 75% ਵੱਧ ਨੇ। ਐਟਲਾਂਟਿਕ ਕੈਨੇਡਾ ਵਿੱਚ ਪੈਂਦੇ 4 ਸੂਬਿਆਂ ਵਿੱਚ ਰਹਿਣ ਦੇ ਇੱਛੁਕ ਹੁਨਰਮੰਦ ਵਿਦੇਸ਼ੀ ਕਾਮੇ ਅਤੇ ਅੰਤਰਰਾਸ਼ਟਰੀ ਵਿਦਿਆਰਥੀ ਐਟਲਾਂਟਿਕ ਇਮੀਗ੍ਰੇਸ਼ਨ ਪ੍ਰੋਗਰਾਮ ਅਧੀਨ ਆਪਣੀ PR ਵਾਸਤੇ ਅਪਲਾਈ ਕਰ ਸਕਦੇ ਹਨ। ਦੱਸ ਦਈਏ ਕਿ ਐਟਲਾਂਟਿਕ ਇਮੀਗ੍ਰੇਸ਼ਨ ਪਾਇਲਟ ਮਾਰਚ 2017 ਵਿੱਚ ਸ਼ੁਰੂ ਕੀਤਾ ਗਿਆ ਸੀ। ਇਸ ਆਰਜ਼ੀ ਪ੍ਰੋਗਰਾਮ ਦਾ ਉਦੇਸ਼ ਸੀ ਕਿ ਹੁਨਰਮੰਦ ਕਾਮਿਆਂ ਨੂੰ ਐਟਲਾਂਟਿਕ ਕੈਨੇਡਾ ਵਿੱਚ ਲਿਆਉਣ ਅਤੇ ਬਿਨੇਕਾਰਾਂ ਦੀ ਅਰਜ਼ੀ ਪ੍ਰਕਿਰਿਆ ਵਿੱਚ ਸਮੇਂ ਨੂੰ 6 ਮਹੀਨੇ ਜਾਂ ਫਿਰ ਉਸ ਤੋਂ ਘੱਟ ਸਮੇਂ ਤੇ ਲਿਆਉਣਾ ਸੀ। 1 ਜਨਵਰੀ ਨੂੰ ਇਹ ਪ੍ਰੋਗਰਾਮ ਪਰਮਾਨੈਂਟ ਕਰ ਦਿੱਤਾ ਗਿਆ। ਦੱਸਣਯੋਗ ਹੈ ਕਿ 2021 ਵਿੱਚ ਨੋਵਾ ਸਕੋਸ਼ੀਆ ਅੰਦਰ ਰਿਕਾਰਡ 9000 ਤੋਂ ਵੱਧ PR ਸ਼ਾਮਿਲ ਹੋਏ। ਇਹਨਾਂ ਦੀ ਕੁੱਲ ਗਿਣਤੀ 9025 ਦੱਸੀ ਗਈ। ਫਾਈਲਾਂ ਦੇ ਉੱਪਰ ਫੈਸਲੇ ਵਾਸਤੇ ਅਜੇ ਹੋਰ ਵੀ ਇੰਤਜ਼ਾਰ ਕਰਨਾ ਪਵੇਗਾ, ਕਿਉਂਕਿ IRCC ਦਾ ਕਹਿਣਾ ਹੈ ਕਿ ਉਹਨਾਂ ਕੋਲ ਪਹਿਲਾਂ ਦੇ ਮੁਕਾਬਲੇ ਫਾਈਲਾਂ ਦਾ ਜ਼ਿਆਦਾ ਬੈਕਲੌਗ ਇਕੱਠਾ ਹੋ ਗਿਆ। 2 ਮਿਲੀਅਨ ਤੋਂ ਵੱਧ ਲੋਕ ਇਸ ਸਮੇਂ ਉਹ ਨੇ ਜਿਨ੍ਹਾਂ ਵੱਲੋਂ ਆਪਣੀਆਂ ਫਾਈਲਾਂ ਦੇ ਉੱਪਰ ਫੈਸਲੇ ਦਾ ਇੰਤਜ਼ਾਰ ਕੀਤਾ ਜਾ ਰਿਹਾ ਹੈ। ਵੱਖ-ਵੱਖ ਕੈਟੇਗਰੀਜ਼ ਦੀ ਜਾਣਕਾਰੀ ਦਿੱਤੀ ਗਈ ਹੈ ਕਿ ਕਿਹੜੇ ਪ੍ਰੋਗਰਾਮ ਤਹਿਤ ਉਹਨਾਂ ਕੋਲ ਕਿੰਨੀਆਂ ਫਾਈਲਾਂ ਅਜੇ ਤੱਕ ਉਹ ਹਨ ਜਿਨ੍ਹਾਂ ਦੇ ਉੱਪਰ ਫੈਸਲਾ ਨਹੀਂ ਸੁਣਾਇਆ ਗਿਆ। ਜਿਹੜੇ ਆਪਣੀਆਂ ਫਾਈਲਾਂ ਤੇ ਫੈਸਲੇ ਦਾ ਇੰਤਜ਼ਾਰ ਕਰ ਰਹੇ ਨੇ, ਉਹਨਾਂ ਨੂੰ ਹੁਣ ਹੋਰ ਇੰਤਜ਼ਾਰ ਕਰਨਾ ਪਵੇਗਾ, ਕਿਉਂਕਿ ਇਮੀਗ੍ਰੇਸ਼ਨ ਵਿਭਾਗ ਵੱਲੋਂ ਤਾਜ਼ਾ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਗਿਆ ਕਿ ਪਹਿਲਾਂ ਦੇ ਮੁਕਾਬਲੇ ਫਾਈਲਾਂ ਦਾ ਬੈਕਲੌਗ ਹੋਰ ਵੀ ਵੱਧ ਗਿਆ ਹੈ। IRCC ਵੱਲੋਂ ਸਾਂਝੀ ਕੀਤੀ ਗਈ ਤਾਜ਼ਾ ਜਾਣਕਾਰੀ ਮੁਤਾਬਕ ਇਹ ਬੈਕਲੌਗ ਹੁਣ 2 ਮਿਲੀਅਨ ਤੋਂ ਵੱਧ ਹੋ ਚੁੱਕਿਆ ਹੈ, ਜਿਸ ਦਾ ਮਤਲਬ ਹੈ ਕਿ 2.4 ਮਿਲੀਅਨ ਲੋਕ ਅਜਿਹੇ ਹਨ ਜਿਹੜੇ ਆਪਣੀਆਂ ਫਾਈਲਾਂ ਤੇ ਫੈਸਲੇ ਦਾ ਇੰਤਜ਼ਾਰ ਕਰ ਰਹੇ ਹਨ। ਪਿਛਲੇ ਮਹੀਨੇ ਇਸ ਵਿੱਚ 2,57,499 ਦਾ ਵਾਧਾ ਦੱਸਿਆ ਗਿਆ। ਇਹ ਬੈਕਲੌਗ ਕਿਉਂ ਵੱਧ ਰਿਹਾ ਹੈ, ਇਹ ਵੀ IRCC ਵੱਲੋਂ ਦੱਸਿਆ ਗਿਆ। ਉਹਨਾਂ ਦਾ ਕਹਿਣਾ ਹੈ ਕਿ ਟੈਂਪਰੇਰੀ ਰੈਜ਼ੀਡੈਂਸ ਐਪਲੀਕੇਸ਼ਨਸ ਵਿੱਚ ਜਿਹੜਾ ਵਾਧਾ ਹੋ ਰਿਹਾ ਹੈ, ਇਸ ਕਾਰਨ ਹੀ ਬੈਕਲੌਗ ਵੱਧ ਹੋ ਰਿਹਾ ਹੈ। 1 ਜੂਨ 2022 ਤੱਕ ਸਾਂਝੀ ਕੀਤੀ ਗਈ ਜਾਣਕਾਰੀ ਮੁਤਾਬਕ ਸਿਟੀਜ਼ਨਸ਼ਿਪ ਇਨਵੈਂਟਰੀ ਵਿੱਚ 3,94,664 ਅਰਜ਼ੀਆਂ ਪਈਆਂ ਹਨ। PR ਇਨਵੈਂਟਰੀ ਵਿੱਚ 5,22,057 ਲੋਕ ਆਪਣੀਆਂ ਫਾਈਲਾਂ ਤੇ ਫੈਸਲੇ ਦਾ ਇੰਤਜ਼ਾਰ ਕਰ ਰਹੇ ਨੇ। TR ਸੰਬੰਧੀ 14,71,163 ਲੋਕਾਂ ਵੱਲੋਂ ਫਾਈਲਾਂ ਦੇ ਉੱਪਰ ਹੁਣ ਪ੍ਰੋਸੈਸਿੰਗ ਦਾ ਇੰਤਜ਼ਾਰ ਕੀਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਅਲੱਗ-ਅਲੱਗ ਸਮੇਂ ਦੇ ਬਾਰੇ ਵੀ IRCC ਵੱਲੋਂ ਜਾਣਕਾਰੀ ਦਿੱਤੀ ਗਈ ਹੈ, ਜਿੱਥੇ ਦੱਸਿਆ ਗਿਆ ਕਿ ਕਿਸ ਸਮੇਂ ਕਿੰਨਾ ਬੈਕਲੌਗ ਸੀ। 1 ਜੂਨ ਤੱਕ ਫਾਈਲ ਦਾ ਬੈਕਲੌਗ 23,87,884, 30 ਅਪ੍ਰੈਲ ਤੱਕ 21,30,385, 11 ਅਪ੍ਰੈਲ ਤੱਕ 20,31,599, 15 ਮਾਰਚ ਤੱਕ 18,44,424, 1 ਫਰਵਰੀ ਤੱਕ 18,15,628, 15 ਦਸੰਬਰ ਤੱਕ 18,13,144, 27 ਅਕਤੂਬਰ ਤੱਕ 17,92,404,
6 ਜੁਲਾਈ ਤੱਕ 14,87,474 ਫਾਈਲਾਂ ਦੇ ਬੈਕਲੌਗ ਦੇ ਬਾਰੇ ਜਾਣਕਾਰੀ ਦਿੱਤੀ ਗਈ। ਇਸ ਦੇ ਨਾਲ ਹੀ ਦੱਸ ਦਈਏ ਕਿ ਕੈਨੇਡੀਅਨ ਐਕਸਪੀਰੀਅੰਸ ਕਲਾਸ ਕੈਟਾਗਰੀ ਅਧੀਨ 6000 ਤੋਂ ਵੱਧ ਲੋਕਾਂ ਵੱਲੋਂ ਪਹਿਲਾਂ ਇੰਤਜ਼ਾਰ ਕੀਤਾ ਜਾ ਰਿਹਾ ਸੀ, ਜੋ ਕਿ ਹੁਣ ਵੱਧ ਕੇ ਗਿਣਤੀ 7522 ਦੀ ਹੋ ਗਈ ਹੈ। ਫੈਡਰਲ ਸਕਿਲਡ ਵਰਕਰ ਵਾਸਤੇ ਪਹਿਲਾਂ ਜੋ ਬੈਕਲੌਗ ਸੀ ਉਹ 25081 ਦਾ ਸੀ, ਜੋ ਕਿ ਹੁਣ ਵੱਧ ਕੇ 32883 ਹੋ ਚੁੱਕਿਆ ਹੈ। ਪਾਰਲੀਮੈਂਟ ਹਿਲ ਦੀ ਘਟਨਾ ਦੇ ਸੰਬੰਧ ਵਿੱਚ ਗਲਤ ਜਾਣਕਾਰੀ ਦੇ ਚਾਦਿਆਂ ਜਿਹੜੇ 2 ਸਿੱਖਾਂ ਦੀ ਗ੍ਰਿਫਤਾਰੀ ਹੋਈ ਹੈ, ਉਸ ਤੋਂ ਬਾਅਦ ਜਗਮੀਤ ਸਿੰਘ ਨੇ ਸਵਾਲ ਚੁੱਕੇ ਨੇ। ਜਗਮੀਤ ਸਿੰਘ ਵੱਲੋਂ ਇਸ ਮਾਮਲੇ ਦੇ ਸੰਬੰਧ ਵਿੱਚ ਜਵਾਬ ਮੰਗਿਆ ਹੈ ਤੇ ਕਿਹਾ ਹੈ ਕਿ ਇਸ ਮਾਮਲੇ ਦੀ ਹੁਣ ਜਾਂਚ ਪੜਤਾਲ ਹੋਣੀ ਚਾਹੀਦੀ ਹੈ। ਕੈਨੇਡਾ ਵਿੱਚ 2 ਸਿੱਖਾਂ ਨੂੰ ਗਲਤੀ ਨਾਲ ਗ੍ਰਿਫਤਾਰ ਕਰਨ ਦਾ ਮੁੱਦਾ ਕਾਫੀ ਜ਼ਿਆਦਾ ਗਰਮਾ ਰਿਹਾ ਹੈ। ਇਸ ਬਾਰੇ ਐਨਡੀਪੀ ਲੀਡਰ ਜਗਮੀਤ ਸਿੰਘ ਵੱਲੋਂ ਬਿਆਨ ਦਿੱਤਾ ਗਿਆ। ਉਨ੍ਹਾਂ ਕਿਹਾ ਕਿ 2 ਸਿੱਖ ਜਿਹੜੇ 1984 ਦੇ ਸੰਬੰਧ ਵਿੱਚ ਸ਼ਾਂਤਮਈ ਤਰੀਕੇ ਨਾਲ ਇਸ ਦਿਨ ਨੂੰ ਯਾਦ ਕਰ ਰਹੇ ਸਨ, ਉਨ੍ਹਾਂ ਨੂੰ ਗਲਤੀ ਨਾਲ ਗ੍ਰਿਫਤਾਰ ਕਰ ਲਿਆ ਗਿਆ। ਉਨ੍ਹਾਂ ਕਿਹਾ ਕਿ ਜਾਂਚ ਦੌਰਾਨ ਇਨ੍ਹਾਂ ਦੀਆਂ ਪੱਗਾਂ ਉਤਰਵਾਈਆਂ ਗਈਆਂ। ਜਗਮੀਤ ਸਿੰਘ ਚਾਹੁੰਦੇ ਨੇ ਕਿ ਇਸ ਮਾਮਲੇ ਵਿੱਚ ਜਲਦ ਤੋਂ ਜਲਦ ਸਖਤ ਕਾਰਵਾਈ ਹੋਵੇ। ਦੱਸ ਦਈਏ ਕਿ ਪਿਛਲੇ ਦਿਨੀ ਇੱਕ ਮਾਮਲਾ ਸਾਹਮਣੇ ਆਇਆ ਸੀ, ਜਿੱਥੇ ਪਾਰਲੀਮੈਂਟ ਹਿਲ ਵਿੱਚ ਬੰਬ ਸੰਬੰਧੀ ਜਿਹੜਾ ਡਰ ਸੀ, ਉਸ ਨੂੰ ਲੈ ਕੇ ਪੁਲਿਸ ਵੱਲੋਂ ਜਾਂਚ ਪੜਤਾਲ ਕੀਤੀ ਗਈ। ਇਸ ਦੌਰਾਨ ਉਨ੍ਹਾਂ ਵੱਲੋਂ 2 ਸਿੱਖਾਂ ਨੂੰ ਗ੍ਰਿਫਤਾਰ ਕੀਤਾ ਗਿਆ, ਜਿਨ੍ਹਾਂ ਨੂੰ ਬਾਅਦ ਵਿੱਚ ਛੱਡਦਿਆਂ ਪੁਲਿਸ ਨੇ ਜਾਣਕਾਰੀ ਦਿੱਤੀ ਕਿ ਉਨ੍ਹਾਂ ਨੂੰ ਗਲਤੀ ਨਾਲ ਹਿਰਾਸਤ ਵਿੱਚ ਲੈ ਲਿਆ ਗਿਆ। ਬਾਅਦ ਵਿੱਚ ਜਿਹੜੇ ਸਿੱਖ ਗ੍ਰਿਫਤਾਰ ਹੋਏ ਉਹ ਅੱਗੇ ਆਏ ਤੇ ਉਨ੍ਹਾਂ ਨੇ ਇਨਸਾਫ ਦੀ ਮੰਗ ਕੀਤੀ ਹੈ। ਇਨ੍ਹਾਂ ਦੋਨਾਂ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਅਕਸ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਗਈ। ਇਸ ਤੋਂ ਬਾਅਦ ਹੁਣ ਜਗਮੀਤ ਸਿੰਘ ਨੇ ਵੀ ਇਸ ਸੰਬੰਧੀ ਜਵਾਬ ਮੰਗਿਆ ਹੈ। It's very, very troubling what happened. We had 2 Sikh men that there is no evidence were engaged in any sort of activity that was in any way troubling. They were engaged in a peaceful activity on the Hill to raise awareness about the plight of Sikhs in India, the genocide against Sikhs. And in raising awareness about this plight, they were arrested, searched, the turbans were removed, all on a call which was a hoax. The call was false. The call was not based on anything. And that in light of what we saw when the occupation was going on in Ottawa, when we had people that were engaged in holding up signs and flags that were related to extreme right-wing organizations, dangerous organizations, their presence on the Hill, there was very little reaction, and there was communities were hurt. The local residents were hurt because of the inaction of the police. And in this case, without any real basis, without any real evidence, 2 Sikh men were treated very poorly, were, in their own words, were made to feel embarrassed in front of their family, were made to feel demeaned based on a false call. That clearly shows there's a problem with the way threats are being taken. Real threats from extreme right-wing organizations are ignored, and false threats targeted towards racialized men are taken to the extreme. It's a very serious thing to make a threat like that. It takes up police resources, it takes up time, there's a considerable... ਕੈਨੇਡਾ ਸਰਕਾਰ ਵੱਲੋਂ 8.9 ਬਿਲੀਅਨ ਡਾਲਰ ਦੀ ਮਦਦ ਦਾ ਐਲਾਨ ਕੀਤਾ ਗਿਆ। ਲਗਾਤਾਰ ਇੱਥੇ ਜਿਹੜੀ ਮਹਿੰਗਾਈ ਵਿੱਚ ਵਾਧਾ ਹੋ ਰਿਹਾ ਹੈ, ਇਸ ਸੰਬੰਧੀ ਹੁਣ ਸਰਕਾਰ ਵੱਲੋਂ ਕਦਮ ਚੁੱਕਿਆ ਗਿਆ। ਫੈਡਰਲ ਸਰਕਾਰ ਦਾ ਕਹਿਣਾ ਹੈ ਕਿ ਮਹਿੰਗਾਈ ਨਾਲ ਨਜਿੱਠਣ ਵਾਸਤੇ ਉਹਨਾਂ ਵੱਲੋਂ ਇਹ ਉਪਰਾਲਾ ਕੀਤਾ ਜਾ ਰਿਹਾ ਹੈ, ਜਿਸ ਦੀ ਜਾਣਕਾਰੀ ਡਿਪਟੀ ਪ੍ਰਾਈਮ ਮਿਨਿਸਟਰ ਅਤੇ ਫਾਈਨਾਂਸ ਮਿਨਿਸਟਰ ਫ੍ਰੀਲੈਂਡ ਵੱਲੋਂ ਸਾਂਝੀ ਕੀਤੀ ਗਈ ਹੈ। ਮਹਿੰਗਾਈ ਅਤੇ ਆਰਥਿਕਤਾ ਦੇ ਬਾਰੇ ਵਿੱਤ ਮੰਤਰੀ ਫ੍ਰੀਲੈਂਡ ਵੱਲੋਂ ਖਾਸ ਜਾਣਕਾਰੀ ਸਾਂਝੀ ਕੀਤੀ ਗਈ। ਬਜਟ ਤੋਂ ਬਾਅਦ ਪਹਿਲੀ ਵਾਰ ਡਿਪਟੀ ਪ੍ਰਧਾਨ ਮੰਤਰੀ ਅਤੇ ਫਾਈਨਾਂਸ ਮਿਨਿਸਟਰ ਕ੍ਰਿਸਟੀਆ ਫ੍ਰੀਲੈਂਡ ਵੱਲੋਂ ਵੱਡਾ ਭਾਸ਼ਣ ਦਿੱਤਾ ਗਿਆ, ਜਿੱਥੇ ਉਹਨਾਂ ਨੇ 8.9 ਬਿਲੀਅਨ ਡਾਲਰ ਦੀ ਫਾਈਨੈਂਸ਼ੀਅਲ ਸਪੋਰਟ ਦਾ ਜ਼ਿਕਰ ਕੀਤਾ ਹੈ। ਇਹ ਰਕਮ ਕੈਨੇਡਾ ਦੀ ਸਰਕਾਰ ਵੱਲੋਂ ਪੇਸ਼ ਕੀਤੀ ਜਾ ਰਹੀ ਹੈ, ਜਿਸ ਨਾਲ ਕੈਨੇਡੀਅਨਸ ਦੀ ਮਦਦ ਕੀਤੀ ਜਾਵੇਗੀ। ਦਰਅਸਲ ਕੈਨੇਡਾ ਵਿੱਚ ਜੋ ਵੱਧ ਰਹੀ ਮਹਿੰਗਾਈ ਹੈ, ਉਸ ਨੂੰ ਧਿਆਨ ਵਿੱਚ ਰੱਖਦਿਆਂ ਹੀ ਸਰਕਾਰ ਵੱਲੋਂ ਇਹ ਜਾਣਕਾਰੀ ਦਿੱਤੀ ਜਾ ਰਹੀ ਹੈ। ਆਪਣੇ ਭਾਸ਼ਣ ਦੌਰਾਨ ਬੋਲਦਿਆਂ ਫ੍ਰੀਲੈਂਡ ਵੱਲੋਂ ਕਿਹਾ ਗਿਆ ਕਿ ਅਸੀਂ ਜਾਣਦੇ ਹਾਂ ਕਿ ਇਸ ਸਮੇਂ ਕੈਨੇਡੀਅਨਸ ਕਾਫੀ ਚਿੰਤਾ ਵਿੱਚ ਨੇ। ਇਹ ਚਿੰਤਾ ਵੱਧ ਰਹੀ ਮਹਿੰਗਾਈ ਦੇ ਕਾਰਨ ਹੈ। ਉਨ੍ਹਾਂ ਕਿਹਾ ਕਿ ਇਸ ਸੰਬੰਧੀ ਸਾਡੇ ਕੋਲ ਨਵਾਂ ਅਫੋਰਡੇਬਿਲਟੀ ਪਲਾਨ ਹੈ, ਜਿਸ ਰਾਹੀਂ ਸਾਲਾਨਾ 8.9 ਬਿਲੀਅਨ ਡਾਲਰ ਦੀ ਮਦਦ ਕੀਤੀ ਜਾਵੇਗੀ। ਫ੍ਰੀਲੈਂਡ ਵੱਲੋਂ 40 ਮਿੰਟਾਂ ਦਾ ਭਾਸ਼ਣ ਦਿੱਤਾ ਗਿਆ, ਜਿਸ ਵਿੱਚ ਉਹਨਾਂ ਨੇ ਕਾਫੀ ਗੱਲਾਂ ਦੀ ਸਾਂਝ ਪਾਈ ਹੈ। ਕੀ ਕਹਿਣਾ ਉਹਨਾਂ ਦਾ, ਆਓ ਤੁਹਾਨੂੰ ਸੁਣਾਉਂਦੇ ਹਾਂ। And I do also want to thank you, Jean-Francois, for your very nice comments. And I want to confirm that Scotiabank research you guys did on childcare, you did it just as I was becoming Minister of Finance. And it did have a real impact on me. So thank you for doing it. I think it's going to have an impact on a lot of Canadians. So thanks a lot.
it is so wonderful to be here in person. And that's where I want to start today, with how great and how novel it is for us to be here in person and en masse. Because that novelty is a reminder of just how hard the past 2 years have been. Let's remember, a little more than 2 years ago, we were in the throes of the deepest recession since the Great Depression. Our economy had contracted by 17%. 3 million Canadians had lost their jobs. And our government had just deployed wartime spending to prevent a complete collapse. In the aftermath of 2008, our economy remained sluggish for years. ਬਹੁਤ ਸਾਰੇ ਲੋਕ ਅਜਿਹੇ ਨੇ ਜਿਹੜੇ ਚਾਹੁੰਦੇ ਨੇ ਕਿ ਸਿਰਫ ਘਰ ਤੋਂ ਹੀ ਕੰਮ ਕੀਤਾ ਜਾਵੇ। ਕਈ ਕਹਿੰਦੇ ਨੇ ਕਿ ਉਹਨਾਂ ਨੂੰ ਘਰ ਤੋਂ ਕੰਮ ਕਰਨ ਦਾ ਆਪਸ਼ਨ ਦਿੱਤਾ ਜਾਵੇ। ਇੱਕ ਪੋਲ ਸਾਹਮਣੇ ਹੈ ਜਿਸ ਤੋਂ ਪਤਾ ਚੱਲਿਆ ਕਿ ਕਈਆਂ ਦਾ ਕਹਿਣਾ ਹੈ ਕਿ ਜੇਕਰ ਉਹਨਾਂ ਨੂੰ ਘਰ ਤੋਂ ਕੰਮ ਕਰਨ ਦਾ ਵਿਕਲਪ ਨਹੀਂ ਦਿੱਤਾ ਗਿਆ ਤਾਂ ਫਿਰ ਉਹ ਆਪਣੀ ਨੌਕਰੀ ਹੀ ਛੱਡ ਦੇਣਗੇ। ਕਈ ਕੈਨੇਡੀਅਨਸ ਦਾ ਕਹਿਣਾ ਹੈ ਕਿ ਜੇਕਰ ਉਹਨਾਂ ਨੂੰ ਘਰ ਤੋਂ ਕੰਮ ਕਰਨ ਦਾ ਵਿਕਲਪ ਨਹੀਂ ਦਿੱਤਾ ਗਿਆ ਤਾਂ ਫਿਰ ਉਹ ਕੰਮ ਛੱਡ ਦੇਣਗੇ। ਜੀ ਹਾਂ, ਇਸ ਬਾਰੇ ਇੱਕ ਤਾਜ਼ਾ ਪੋਲ ਸਾਹਮਣੇ ਹੈ ਜਿਸ ਵਿੱਚ ਪਤਾ ਚੱਲਿਆ ਕਿ ਅੱਧੇ ਦੇ ਕਰੀਬ ਕੈਨੇਡੀਅਨਸ ਇਸ ਗੱਲ ਦੀ ਮੰਗ ਕਰ ਰਹੇ ਹਨ ਕਿ ਉਹਨਾਂ ਨੂੰ ਘਰ ਤੋਂ ਹੀ ਕੰਮ ਕਰਨ ਸੰਬੰਧੀ ਇਜਾਜ਼ਤ ਦਿੱਤੀ ਜਾਵੇ। ਇਸ ਸਰਵੇ ਵਿੱਚ ਕੈਨੇਡੀਅਨਸ ਤੋਂ ਪੁੱਛਿਆ ਗਿਆ ਸੀ ਕਿ ਉਹ ਆਪਣੇ ਦਫ਼ਤਰ ਵਾਪਸ ਜਾ ਕੇ ਕੰਮ ਕਰਨਾ ਚਾਹੁੰਦੇ ਨੇ ਜਾਂ ਫਿਰ ਨਹੀਂ। ਇਸ ਵਿੱਚ ਵੱਡੀ ਗਿਣਤੀ ਕੈਨੇਡੀਅਨਸ ਕਹਿੰਦੇ ਨੇ ਕਿ ਉਹ ਘਰ ਤੋਂ ਹੀ ਕੰਮ ਕਰਨਾ ਜਾਰੀ ਰੱਖਣਾ ਚਾਹੁੰਦੇ ਨੇ। ਪ੍ਰੋਸਪੈਰਿਟੀ ਪ੍ਰੋਜੈਕਟ ਵੱਲੋਂ ਜਿਹੜਾ ਸਰਵੇ ਕਰਵਾਇਆ ਗਿਆ, ਇਹ 5ਵਾਂ ਸਰਵੇ ਉਹਨਾਂ ਵੱਲੋਂ ਜਾਰੀ ਕੀਤਾ ਗਿਆ, ਜਿਸ ਵਿੱਚ ਪਤਾ ਚੱਲਿਆ ਹੈ ਕਿ 91% ਔਰਤਾਂ ਚਾਹੁੰਦੀਆਂ ਨੇ ਕਿ ਉਹਨਾਂ ਨੂੰ ਘਰ ਤੋਂ ਹੀ ਕੰਮ ਕਰਨ ਦੀ ਇਜਾਜ਼ਤ ਦਿੱਤੀ ਜਾਵੇ। ਇਹ ਸਰਵੇ ਆਨਲਾਈਨ ਕਰਵਾਇਆ ਗਿਆ, ਜਿਸ ਵਿੱਚ 800 ਦੇ ਕਰੀਬ ਕਰਮਚਾਰੀਆਂ ਨੂੰ ਸ਼ਾਮਿਲ ਕੀਤਾ ਗਿਆ। ਇਹਨਾਂ ਕਰਮਚਾਰੀਆਂ ਦੀ ਉਮਰ 18 ਸਾਲ ਤੇ ਇਸ ਤੋਂ ਵੱਧ ਸੀ। ਦੱਸ ਦਈਏ ਕਿ ਇਹ ਪੋਲ ਉਸ ਵੇਲੇ ਸਾਹਮਣੇ ਆਇਆ ਜਦੋਂ ਕਈ ਕੈਨੇਡੀਅਨਸ ਆਪਣੇ ਵਾਪਸ ਕੰਮ ਦੇ ਉੱਪਰ ਦਫ਼ਤਰਾਂ ਵਿੱਚ ਜਾ ਚੁੱਕੇ ਨੇ, ਜਿਨ੍ਹਾਂ ਵੱਲੋਂ ਦਫ਼ਤਰਾਂ ਤੋਂ ਹੀ ਕੰਮ ਕੀਤਾ ਜਾ ਰਿਹਾ ਹੈ। ਇੱਥੇ ਕਰੋਨਾ ਵਾਇਰਸ ਦੇ ਨਿਯਮਾਂ ਨੂੰ ਪੂਰੀ ਤਰ੍ਹਾਂ ਮੰਨਿਆ ਜਾ ਰਿਹਾ ਹੈ, ਸੋਸ਼ਲ ਡਿਸਟੈਂਸਿੰਗ ਦਾ ਖਿਆਲ ਵੀ ਰੱਖਿਆ ਜਾ ਰਿਹਾ ਹੈ, ਪਰ ਫਿਰ ਵੀ ਕੁਝ ਲੋਕ ਅਜੇ ਦਫ਼ਤਰ ਨਹੀਂ ਜਾਣਾ ਚਾਹੁੰਦੇ। ਕਈ ਕੈਨੇਡੀਅਨਸ ਦਾ ਕਹਿਣਾ ਹੈ ਕਿ ਉਹ ਦਫ਼ਤਰ ਇਸ ਸ਼ਰਤ ਤੇ ਜਾਣਾ ਚਾਹੁੰਦੇ ਨੇ ਜਾਂ ਤਾਂ ਉਹਨਾਂ ਨੂੰ ਹਾਈਬ੍ਰਿਡ ਮਾਡਲ ਜਾਂ ਫਿਰ ਫੁੱਲ ਟਾਈਮ ਕੰਮ ਕਰਨ ਦੀ ਇਜਾਜ਼ਤ ਹੋਵੇ। 17% ਦਾ ਕਹਿਣਾ ਹੈ ਕਿ ਉਹਨਾਂ ਨੂੰ ਇਜਾਜ਼ਤ ਹੋਣੀ ਚਾਹੀਦੀ ਹੈ ਕਿ ਉਹ ਜਿਸ ਤਰ੍ਹਾਂ ਵੀ ਕੰਮ ਕਰਨਾ ਚਾਹਣ ਉਹ ਕਰ ਸਕਦੇ ਨੇ, ਭਾਵ ਕਿ ਉਹਨਾਂ ਨੂੰ ਘਰ ਤੋਂ ਜਾਂ ਫਿਰ ਆਫਿਸ ਤੋਂ ਕੰਮ ਕਰਨ ਦੀ ਆਪਸ਼ਨ ਦੇਣੀ ਚਾਹੀਦੀ ਹੈ। 52% ਦਾ ਕਹਿਣਾ ਹੈ ਕਿ ਉਹਨਾਂ ਨੂੰ ਆਪਣੇ ਕੈਰੀਅਰ ਤੇ ਪਰਿਵਾਰ ਵਿੱਚ ਬੈਲੈਂਸ ਕਰਨ ਸੰਬੰਧੀ ਦਿੱਕਤ ਆ ਰਹੀ ਹੈ। 60% ਨੂੰ ਲੱਗਦਾ ਹੈ ਕਿ ਉਹਨਾਂ ਨੂੰ ਪਰਿਵਾਰ ਅਤੇ ਕੰਮ 'ਚੋਂ ਕੋਈ ਇੱਕ ਚੀਜ਼ ਚੁਣਨੀ ਪਵੇਗੀ। 46% ਕਹਿੰਦੇ ਨੇ ਕਿ ਪੈਂਡੈਮਿਕ ਨੇ ਉਹਨਾਂ ਦੀਆਂ ਰਿਸਪੌਂਸਿਬਿਲਿਟੀਜ਼ ਦੇ ਵਿੱਚ ਵਾਧਾ ਕਰ ਦਿੱਤਾ ਹੈ। ਇਸ ਸਰਵੇ ਵਿੱਚ ਕਾਫੀ ਗੱਲਾਂ ਨਿਕਲ ਕੇ ਸਾਹਮਣੇ ਆਈਆਂ, ਪਰ ਪਤਾ ਚੱਲਿਆ ਕਿ ਜ਼ਿਆਦਾਤਰ ਲੋਕ ਚਾਹੁੰਦੇ ਨੇ ਕਿ ਉਹਨਾਂ ਨੂੰ ਘਰ ਤੋਂ ਕੰਮ ਕਰਨ ਦਾ ਵਿਕਲਪ ਦਿੱਤਾ ਜਾਣਾ ਚਾਹੀਦਾ ਹੈ। ਵਿਸ਼ਵ ਸਿਹਤ ਸੰਗਠਨ ਵੱਲੋਂ ਇੱਕ ਹੈਰਾਨ ਕਰਨ ਵਾਲੀ ਜਾਣਕਾਰੀ ਸਾਂਝੀ ਕੀਤੀ ਗਈ। ਉਹਨਾਂ ਦਾ ਕਹਿਣਾ ਹੈ ਕਿ ਪਹਿਲਾਂ ਦੇ ਮੁਕਾਬਲੇ ਕਰੋਨਾ ਵਾਇਰਸ ਕਾਰਨ ਜ਼ਿਆਦਾ ਮੌਤਾਂ ਹੋ ਰਹੀਆਂ ਨੇ। ਪਹਿਲਾਂ ਇਹ ਦੇਖਿਆ ਜਾ ਰਿਹਾ ਸੀ ਕਿ ਕਰੋਨਾ ਕਾਰਨ ਹੋ ਰਹੀਆਂ ਮੌਤਾਂ ਦੇ ਆંકੜੇ ਵੀ ਘੱਟ ਹੋਏ ਨੇ ਤੇ ਕੇਸਿਸ ਦੇ ਵਿੱਚ ਵੀ ਗਿਰਾਵਟ ਦਰਜ ਕੀਤੀ ਗਈ, ਪਰ ਇੱਕ ਵਾਰ ਫਿਰ ਤੋਂ ਦੇਖਿਆ ਗਿਆ ਕਿ ਪਿਛਲੇ ਹਫ਼ਤੇ ਦੇ ਮੁਕਾਬਲੇ ਇਸ ਵਾਰ ਜ਼ਿਆਦਾ ਕਰੋਨਾ ਵਾਇਰਸ ਕਾਰਨ ਮੌਤਾਂ ਹੋਈਆਂ। ਲਗਭਗ ਸਾਰੇ ਦੇਸ਼ ਕਰੋਨਾ ਵਾਇਰਸ ਕਾਰਨ ਲਗਾਈਆਂ ਗਈਆਂ ਪਾਬੰਦੀਆਂ ਖਤਮ ਕਰ ਰਹੇ ਨੇ, ਪਰ ਦੂਜੇ ਪਾਸੇ ਵਿਸ਼ਵ ਸਿਹਤ ਸੰਗਠਨ ਵੱਲੋਂ ਇੱਕ ਹੋਰ ਵੱਡੀ ਜਾਣਕਾਰੀ ਸਾਂਝੀ ਕੀਤੀ ਗਈ ਹੈ। WHO ਦਾ ਕਹਿਣਾ ਹੈ ਕਿ 5 ਹਫ਼ਤਿਆਂ ਵਿੱਚ ਅਜਿਹਾ ਪਹਿਲੀ ਵਾਰ ਦੇਖਣ ਨੂੰ ਮਿਲਿਆ ਜਦੋਂ ਕਰੋਨਾ ਕਾਰਨ ਮਰਨ ਵਾਲਿਆਂ ਦੀ ਗਿਣਤੀ ਵੱਧ ਦਰਜ ਕੀਤੀ ਗਈ ਹੋਵੇ। ਇਸ ਤੋਂ ਪਹਿਲਾਂ ਕਰੋਨਾ ਵਾਇਰਸ ਕਾਰਨ ਜਿਨ੍ਹਾਂ ਦੀ ਮੌਤ ਹੋ ਰਹੀ ਸੀ ਉਸ ਵਿੱਚ ਗਿਰਾਵਟ ਦਰਜ ਕੀਤੀ ਗਈ, ਪਰ ਹੁਣ ਇੱਕ ਵਾਰ ਫਿਰ ਤੋਂ ਇਸ ਅੰਦਰ ਵਾਧਾ ਦਰਜ ਕੀਤਾ ਗਿਆ। ਇਸ ਵਾਧੇ ਦੇ ਬਾਰੇ 4% ਦਾ ਅੰਕੜਾ ਵਿਸ਼ਵ ਸਿਹਤ ਸੰਗਠਨ ਵੱਲੋਂ ਸਾਂਝਾ ਕੀਤਾ ਗਿਆ। ਉਹਨਾਂ ਵੱਲੋਂ ਇਸ ਦੀ ਜਾਣਕਾਰੀ ਆਪਣੀ ਵੀਕਲੀ ਰਿਪੋਰਟ ਵਿੱਚ ਸਾਂਝੀ ਕੀਤੀ ਗਈ, ਜਿੱਥੇ ਉਹਨਾਂ ਦੱਸਿਆ ਕਿ ਪਿਛਲੇ ਹਫ਼ਤੇ ਕਰੋਨਾ ਵਾਇਰਸ ਕਾਰਨ ਮਰਨ ਵਾਲਿਆਂ ਦੀ ਗਿਣਤੀ 8,700 ਦੇ ਕਰੀਬ ਸੀ। ਅਮਰੀਕਾ ਵਿੱਚ ਮੌਤਾਂ ਦੀ ਗਿਣਤੀ ਪਹਿਲਾਂ ਦੇ ਮੁਕਾਬਲੇ 21% ਵੱਧ ਦੱਸੀ ਗਈ ਅਤੇ ਵੈਸਟਰਨ ਪੈਸੀਫਿਕ ਵਿੱਚ 17% ਦਾ ਵਾਧਾ ਇਸ ਅੰਦਰ ਦਰਜ ਕੀਤਾ ਗਿਆ ਹੈ। ਵਿਸ਼ਵ ਸਿਹਤ ਸੰਗਠਨ ਦਾ ਕਹਿਣਾ ਹੈ ਕਿ ਪੂਰੇ ਦੇਸ਼ਾਂ ਵਿੱਚ ਹੁਣ ਪਹਿਲਾਂ ਦੇ ਮੁਕਾਬਲੇ ਕਰੋਨਾ ਵਾਇਰਸ ਦੇ ਮਾਮਲੇ ਘੱਟ ਹੋਏ ਹਨ। ਪਿਛਲੇ ਹਫ਼ਤੇ ਦੀ ਜਾਣਕਾਰੀ ਮੁਤਾਬਕ 3.2 ਮਿਲੀਅਨ ਪੂਰੇ ਵਿਸ਼ਵ ਵਿੱਚ ਕਰੋਨਾ ਵਾਇਰਸ ਦੇ ਮਾਮਲੇ ਦਰਜ ਕੀਤੇ ਗਏ। ਦੱਸ ਦਈਏ ਕਿ ਇਸ ਤੋਂ ਪਹਿਲਾਂ ਕਰੋਨਾ ਵਾਇਰਸ ਦੇ ਮਾਮਲਿਆਂ ਵਿੱਚ ਲਗਾਤਾਰ ਗਿਰਾਵਟ ਦਰਜ ਕੀਤੀ ਜਾ ਰਹੀ ਸੀ। ਕਰੋਨਾ ਕਾਰਨ ਹੋ ਰਹੀਆਂ ਮੌਤਾਂ ਦਾ ਅੰਕੜਾ ਵੀ ਹੇਠਾਂ ਆ ਰਿਹਾ ਸੀ।
ਇੱਥੇ ਇਹ ਵੀ ਜ਼ਿਕਰਯੋਗ ਹੈ ਕਿ ਲਗਭਗ ਸਾਰੇ ਦੇਸ਼ਾਂ ਵੱਲੋਂ ਕੋਰੋਨਾ ਵਾਇਰਸ ਕਾਰਨ ਜਿਹੜੀਆਂ ਪਾਬੰਦੀਆਂ ਲਗਾਈਆਂ ਗਈਆਂ ਉਹਨਾਂ ਨੂੰ ਖਤਮ ਕਰ ਦਿੱਤਾ ਹੈ। ਜ਼ਿਆਦਾਤਰ ਪਾਬੰਦੀਆਂ ਯੂਰਪ ਅਤੇ ਨਾਰਥ ਅਮਰੀਕਾ ਵੱਲੋਂ ਖਤਮ ਕਰ ਦਿੱਤੀਆਂ ਗਈਆਂ ਨੇ। ਪਿਛਲੇ ਦਿਨੀ ਅਮਰੀਕਾ ਵੱਲੋਂ ਐਲਾਨ ਕਰ ਦਿੱਤਾ ਗਿਆ ਕਿ ਜਿਹੜੇ ਯਾਤਰੀ ਅਮਰੀਕਾ ਵਿੱਚ ਆਉਣਗੇ ਉਹਨਾਂ ਵਾਸਤੇ ਹੁਣ ਕੋਰੋਨਾ ਟੈਸਟ ਵੀ ਜ਼ਰੂਰੀ ਨਹੀਂ ਹੈ। ਕੁਝ ਇਸ ਤਰ੍ਹਾਂ ਦਾ ਐਲਾਨ ਕੈਨੇਡਾ ਵੱਲੋਂ ਵੀ ਕੀਤਾ ਗਿਆ ਹੈ, ਪਰ ਇਹ ਰਾਹਤ ਉਹਨਾਂ ਵੱਲੋਂ ਆਪਣੇ ਡੋਮੈਸਟਿਕ ਟਰੈਵਲਰਸ ਨੂੰ ਦਿੱਤੀ ਗਈ ਤੇ ਵੈਕਸੀਨੇਟਡ ਯਾਤਰੀਆਂ ਨੂੰ ਰੈਂਡਮ ਟੈਸਟਿੰਗ ਤੋਂ ਵੀ ਉਹਨਾਂ ਵੱਲੋਂ ਰਾਹਤ ਦੇ ਦਿੱਤੀ ਗਈ ਹੈ। ਅਨਵੈਕਸੀਨੇਟਡ ਯਾਤਰੀਆਂ ਵਾਸਤੇ ਵੀ ਕਈ ਦੇਸ਼ ਆਪਣੇ ਬਾਰਡਰ ਖੋਲ ਰਹੇ ਨੇ। ਕਈ ਦੇਸ਼ਾਂ ਵੱਲੋਂ ਤਾਂ ਮੁਕੰਮਲ ਤੌਰ ਤੇ ਉੱਪਰ ਪਾਬੰਦੀਆਂ ਖਤਮ ਕਰ ਦਿੱਤੀਆਂ ਗਈਆਂ, ਜਿਸ ਦਾ ਮਤਲਬ ਹੈ ਕਿ ਜੇਕਰ ਤੁਸੀਂ ਵੈਕਸੀਨ ਲਗਵਾਈ ਹੈ ਜਾਂ ਫਿਰ ਨਹੀਂ, ਤੁਸੀਂ ਤਾਂ ਵੀ ਉਸ ਦੇਸ਼ ਦੇ ਵਿੱਚ ਯਾਤਰਾ ਕਰ ਸਕਦੇ ਹੋ। ਹੁਣ ਇਸ ਬਾਰੇ ਕੀ ਡਿਟੇਲ ਸਾਹਮਣੇ ਆ ਰਹੀ ਹੈ, ਕਿਹੜੇ ਦੇਸ਼ ਵੱਲੋਂ ਅਨਵੈਕਸੀਨੇਟਡ ਯਾਤਰੀਆਂ ਵਾਸਤੇ ਦਰਵਾਜ਼ੇ ਖੋਲ ਦਿੱਤੇ ਗਏ, ਕਿਹੜੇ ਦੇਸ਼ ਵਿੱਚ ਮੌਜੂਦਾ ਸਮੇਂ ਕਿਹੜੀਆਂ ਯਾਤਰਾ ਪਾਬੰਦੀਆਂ ਬਰਕਰਾਰ ਨੇ, ਤੁਹਾਨੂੰ ਦੱਸਾਂਗੇ ਇਸ ਖਬਰ ਵਿੱਚ। ਬਿਨਾਂ ਟੀਕਾ ਹਾਸਲ ਕਰਨ ਵਾਲੇ ਭਾਵ ਕਿ ਅਨਵੈਕਸੀਨੇਟਡ ਯਾਤਰੀ ਵੀ ਹੁਣ ਸਫ਼ਰ ਕਰ ਸਕਣਗੇ। ਜੀ ਹਾਂ, ਕਈ ਦੇਸ਼ਾਂ ਵੱਲੋਂ ਅਨਵੈਕਸੀਨੇਟਡ ਯਾਤਰੀਆਂ ਵਾਸਤੇ ਆਪਣੇ ਦਰਵਾਜ਼ੇ ਖੋਲੇ ਜਾ ਰਹੇ ਹਨ। ਹੁਣ ਤੁਹਾਨੂੰ ਦੱਸਦੇ ਹਾਂ ਕਿ ਕਿਹੜੇ ਅਜਿਹੇ ਦੇਸ਼ ਨੇ ਜਿੱਥੇ ਅਨਵੈਕਸੀਨੇਟਡ ਯਾਤਰੀ ਵੀ ਯਾਤਰਾ ਕਰ ਸਕਦੇ ਨੇ। ਯੂਨਾਈਟਿਡ ਕਿੰਗਡਮ। ਮਾਰਚ ਮਹੀਨੇ ਦੌਰਾਨ ਹੀ ਯੂਕੇ ਵੱਲੋਂ ਕੋਰੋਨਾ ਕਾਰਨ ਜਿਹੜੀਆਂ ਪਾਬੰਦੀਆਂ ਲਗਾਈਆਂ ਉਹਨਾਂ ਨੂੰ ਖਤਮ ਕਰ ਦਿੱਤਾ। ਜਿਹੜੇ ਵੀ ਯਾਤਰੀ ਯੂਕੇ ਵਿੱਚ ਜਾਂਦੇ ਨੇ ਉਹਨਾਂ ਵਾਸਤੇ ਕੋਈ ਵੀ ਸ਼ਰਤ ਜਾਰੀ ਨਹੀਂ ਹੈ। ਇੱਥੇ ਅਨਵੈਕਸੀਨੇਟਡ ਯਾਤਰੀ ਵੀ ਜਾ ਸਕਦੇ ਨੇ ਜਿੱਥੇ ਉਹਨਾਂ ਨੂੰ ਕੁਆਰੰਟਾਈਨ ਕਰਨ ਦੀ ਜ਼ਰੂਰਤ ਨਹੀਂ ਹੈ ਤੇ ਨਾ ਹੀ ਉਹਨਾਂ ਨੂੰ ਕੋਈ ਕੋਰੋਨਾ ਟੈਸਟ ਦੀ ਰਿਪੋਰਟ ਦਿਖਾਉਣੀ ਪੈਂਦੀ ਹੈ। ਅਗਲਾ ਨਾਮ ਹੈ ਇਟਲੀ ਦਾ। ਇਟਲੀ ਵੱਲੋਂ ਵੀ ਸਾਰੀਆਂ ਵੈਕਸੀਨ ਰਿਕੁਆਇਰਮੈਂਟ ਖਤਮ ਕਰ ਦਿੱਤੀਆਂ ਗਈਆਂ। ਉਹਨਾਂ ਵੱਲੋਂ ਜਿਹੜੇ ਫੋਰਨ ਟਰੈਵਲਰਸ ਨੇ ਉਹਨਾਂ ਵਾਸਤੇ 1 ਜੂਨ ਤੋਂ ਹੀ ਪਾਬੰਦੀਆਂ ਹਟਾ ਦਿੱਤੀਆਂ ਨੇ। ਅਨਵੈਕਸੀਨੇਟਡ ਯਾਤਰੀ ਬਿਨਾਂ ਕੋਰੋਨਾ ਟੈਸਟ ਦੀ ਰਿਪੋਰਟ ਦਿਖਾਏ ਇਟਲੀ ਦਾਖਲ ਹੋ ਸਕਦੇ ਨੇ, ਉਹਨਾਂ ਨੂੰ ਕੁਆਰੰਟਾਈਨ ਦੀ ਵੀ ਜ਼ਰੂਰਤ ਨਹੀਂ ਹੈ। ਫਿਰ ਅਗਲਾ ਨਾਮ ਆਉਂਦਾ ਹੈ ਫਰਾਂਸ ਦਾ, ਜਿੱਥੇ ਅਨਵੈਕਸੀਨੇਟਡ ਕੈਨੇਡਾ ਦੇ ਯਾਤਰੀ ਯਾਤਰਾ ਕਰ ਸਕਦੇ ਹਨ, ਪਰ ਇੱਥੇ ਪਹੁੰਚਣ ਦੇ ਉੱਪਰ ਅਜੇ ਵੀ ਕੋਰੋਨਾ ਨੈਗੇਟਿਵ ਰਿਪੋਰਟ ਦਿਖਾਉਣੀ ਜ਼ਰੂਰੀ ਹੈ। ਯਾਤਰੀਆਂ ਵਾਸਤੇ ਜ਼ਰੂਰੀ ਹੈ ਕਿ 72 ਘੰਟੇ ਦੌਰਾਨ ਉਹਨਾਂ ਵੱਲੋਂ PCR ਟੈਸਟ ਕਰਵਾਇਆ ਹੋਵੇ, ਜਿਸ ਦੀ ਨੈਗੇਟਿਵ ਰਿਪੋਰਟ ਉਹਨਾਂ ਨੂੰ ਦਿਖਾਉਣੀ ਪਵੇਗੀ। ਜਰਮਨੀ ਵੱਲੋਂ ਵੀ ਸਾਰੀਆਂ ਕੋਰੋਨਾ ਪਾਬੰਦੀਆਂ ਖਤਮ ਕਰ ਦਿੱਤੀਆਂ ਗਈਆਂ ਨੇ। ਇਹਨਾਂ ਪਾਬੰਦੀਆਂ ਵਿੱਚ ਉਹਨਾਂ ਨੇ 11 ਜੂਨ ਨੂੰ ਹੀ ਰਾਹਤ ਦੇ ਦਿੱਤੀ। ਜਿਹੜੇ ਵੀ ਯਾਤਰੀ ਇੱਥੇ ਆਉਂਦੇ ਨੇ ਉਹਨਾਂ ਨੂੰ ਹੁਣ ਜ਼ਿਆਦਾ ਪਾਬੰਦੀਆਂ ਦਾ ਸਾਹਮਣਾ ਨਹੀਂ ਕਰਨਾ ਪੈਂਦਾ, ਪਰ ਯਾਤਰੀਆਂ ਵਾਸਤੇ ਅਜੇ PCR ਟੈਸਟ ਜ਼ਰੂਰੀ ਹੈ। ਪਰ 16 ਜੂਨ ਤੋਂ ਇਹ ਪਾਬੰਦੀਆਂ ਵੀ ਖਤਮ ਕਰ ਦਿੱਤੀਆਂ ਗਈਆਂ ਨੇ। ਜਾਪਾਨ ਦੇ ਵਿੱਚ ਯਾਤਰੀਆਂ ਵਾਸਤੇ ਜ਼ਰੂਰੀ ਹੈ ਕਿ ਉਹ ਉੱਥੇ ਪਹੁੰਚਣ ਤੇ PCR ਰਿਪੋਰਟ ਦਿਖਾਉਣ। ਯਾਤਰੀਆਂ ਉੱਪਰ ਕੋਈ ਵੀ ਵੈਕਸੀਨ ਰਿਕੁਆਇਰਮੈਂਟ ਲਾਗੂ ਨਹੀਂ ਹੁੰਦੀ। ਭਾਰਤ ਵੱਲੋਂ ਵੀ ਬਿਨਾਂ ਟੀਕਾ ਲਗਵਾਉਣ ਵਾਲੇ ਯਾਤਰੀਆਂ ਦਾ ਸਵਾਗਤ ਕੀਤਾ ਜਾ ਰਿਹਾ ਹੈ, ਪਰ ਜ਼ਰੂਰੀ ਹੈ ਕਿ 72 ਘੰਟੇ ਦੌਰਾਨ ਦੀ PCR ਟੈਸਟ ਰਿਪੋਰਟ ਯਾਤਰੀ ਵੱਲੋਂ ਅਪਲੋਡ ਕੀਤੀ ਜਾਵੇ। ਇਸ ਤੋਂ ਇਲਾਵਾ ਭਾਰਤ ਪਹੁੰਚਣ ਦੇ ਉੱਪਰ ਯਾਤਰੀਆਂ ਦੀ ਰੈਂਡਮ ਟੈਸਟਿੰਗ ਵੀ ਕੀਤੀ ਜਾ ਸਕਦੀ ਹੈ। ਮੈਕਸੀਕੋ ਦੇ ਵਿੱਚ ਕੋਈ ਵੀ ਟੈਸਟਿੰਗ ਤੇ ਕੁਆਰੰਟਾਈਨ ਦੀ ਰਿਕੁਆਇਰਮੈਂਟ ਨਹੀਂ ਹੈ। ਇੱਥੇ ਅਨਵੈਕਸੀਨੇਟਡ ਕੈਨੇਡੀਅਨ ਯਾਤਰਾ ਕਰ ਸਕਦੇ ਨੇ। ਸਰੀ RCMP ਵੱਲੋਂ ਨਸ਼ਾ ਖਿਲਾਫ ਵੱਡੀ ਕਾਰਵਾਈ ਕੀਤੀ ਗਈ। ਉਹਨਾਂ ਨੇ ਨਸ਼ਿਆਂ ਸਮੇਤ 9 ਜਾਣਿਆਂ ਨੂੰ ਹਿਰਾਸਤ ਵਿੱਚ ਲਿਆ। ਇਹਨਾਂ ਕੋਲੋਂ ਵੱਡੀ ਮਾਤਰਾ ਵਿੱਚ ਨਸ਼ਾ, ਨਗਦੀ ਅਤੇ ਹਥਿਆਰ ਬਰਾਮਦ ਕੀਤੇ ਗਏ, ਜਿਸ ਬਾਰੇ ਸਰੀ RCMP ਵੱਲੋਂ ਡਿਟੇਲ ਦਿੱਤੀ ਗਈ, ਪਰ ਫਿਲਹਾਲ ਉਹਨਾਂ ਦੀ ਪਹਿਚਾਣ ਜਨਤਕ ਨਹੀਂ ਕੀਤੀ ਗਈ। ਜਿਹੜੇ 9 ਜਾਣੇ ਇਸ ਦੌਰਾਨ ਗ੍ਰਿਫਤਾਰ ਕੀਤੇ ਗਏ ਨੇ। ਨਸ਼ੇ ਦੇ ਮਾਮਲੇ ਨਾਲ ਜੁੜੀ ਹੋਈ ਸਰੀ RCMP ਵੱਲੋਂ ਵੱਡੀ ਕਾਰਵਾਈ ਕੀਤੀ ਗਈ ਹੈ। ਉਹਨਾਂ ਵੱਲੋਂ ਨਸ਼ੇ ਦੇ ਸੰਬੰਧ ਵਿੱਚ 9 ਜਾਣਿਆਂ ਨੂੰ ਗ੍ਰਿਫਤਾਰ ਕੀਤਾ ਗਿਆ। ਇਸ ਦੌਰਾਨ ਕਈ ਹਥਿਆਰ ਵੀ ਬਰਾਮਦ ਕੀਤੇ ਗਏ। ਇਹ ਮਾਮਲਾ ਵੈਲੀ ਨਾਲ ਜੁੜਿਆ ਹੋਇਆ ਹੈ, ਜਿੱਥੇ 13,700 ਬਲਾਕ ਤੋਂ ਸਰੀ ਮਾਊਂਟੀਜ਼ ਵੱਲੋਂ 9 ਜਾਣਿਆਂ ਨੂੰ ਹਿਰਾਸਤ ਵਿੱਚ ਲਿਆ ਗਿਆ। ਉਹਨਾਂ ਕੋਲੋਂ ਨਸ਼ਾ, ਹਥਿਆਰ ਅਤੇ ਨਗਦੀ ਵੀ ਪੁਲਿਸ ਵੱਲੋਂ ਬਰਾਮਦ ਕੀਤੀ ਗਈ। ਸਰੀ RCMP ਵੱਲੋਂ ਇਸ ਮਾਮਲੇ ਦੀ ਜਾਣਕਾਰੀ ਸਾਂਝੀ ਕੀਤੀ ਗਈ, ਜਿੱਥੇ ਉਹਨਾਂ ਨੇ ਦੱਸਿਆ ਕਿ ਸਰਚ ਵਾਰੰਟ ਦੌਰਾਨ ਉਹਨਾਂ ਦੇ ਹੱਥ ਕਈ ਹਥਿਆਰ ਵੀ ਲੱਗੇ ਨੇ। ਉਹਨਾਂ ਵੱਲੋਂ ਸੈਮੀ ਆਟੋਮੈਟਿਕ ਰਾਈਫਲ ਬਰਾਮਦ ਕੀਤੀ ਗਈ। ਇਸ ਤੋਂ ਇਲਾਵਾ $12,000 ਨਕਦੀ ਵੀ ਪੁਲਿਸ ਵੱਲੋਂ ਬਰਾਮਦ ਕੀਤੀ ਗਈ ਹੈ। ਪੁਲਿਸ ਨੇ ਜਾਣਕਾਰੀ ਸਾਂਝੀ ਕੀਤੀ ਕਿ ਇੱਥੇ ਵੱਡੀ ਮਾਤਰਾ ਵਿੱਚ ਨਸ਼ਾ ਵੀ ਮਿਲਿਆ, ਜਿਸ ਵਿੱਚ 43.42 ਗ੍ਰਾਮ ਸਸਪੈਕਟਡ ਕੋਕੇਨ, 176.86 ਗ੍ਰਾਮ ਸਸਪੈਕਟਡ ਫੈਂਟਾਨਿਲ, 203.3 ਗ੍ਰਾਮ ਸਸਪੈਕਟਡ ਮੈਥਾਮਫੈਟਾਮਾਈਨ, 220 ਗ੍ਰਾਮ ਸਸਪੈਕਟਡ ਮਸ਼ਰੂਮਸ, 38.45 ਗ੍ਰਾਮ ਪਿਲਜ਼, 4.38 ਗ੍ਰਾਮ ਮਿਕਸਡ ਪਿਲਜ਼ ਅਤੇ ਇਸ ਤੋਂ ਇਲਾਵਾ 3,800 ਪੈਕੇਟ ਇਲੀਗਲ ਸਿਗਰਟਸ ਦੇ ਵੀ ਪੁਲਿਸ ਵੱਲੋਂ ਬਰਾਮਦ ਕੀਤੇ ਗਏ ਨੇ। ਪੁਲਿਸ ਵੱਲੋਂ ਜਿਹੜੇ 9 ਜਾਣੇ ਹਿਰਾਸਤ ਵਿੱਚ ਲਏ ਗਏ ਉਹਨਾਂ ਦੀ ਪਹਿਚਾਣ ਉਹਨਾਂ ਵੱਲੋਂ ਅਜੇ ਤੱਕ ਜਨਤਕ ਨਹੀਂ ਕੀਤੀ ਗਈ। ਪੁਲਿਸ ਦਾ ਕਹਿਣਾ ਹੈ ਕਿ ਇਸ ਮਾਮਲੇ ਦੀ ਵਧੇਰੇ ਜਾਂਚ ਪੜਤਾਲ ਉਹਨਾਂ ਵੱਲੋਂ ਕੀਤੀ ਜਾ ਰਹੀ ਹੈ, ਜਿਸ ਤੋਂ ਬਾਅਦ ਬਾਕੀ ਦੀ ਅਪਡੇਟ ਉਹ ਸਾਂਝੀ ਕਰਨਗੇ। ਹੁਣ ਤੱਕ ਦੀ ਜਾਣਕਾਰੀ ਵਿੱਚ ਸਿਰਫ ਇਹੀ ਦੱਸਿਆ ਗਿਆ ਕਿ ਕਿੰਨੇ ਜਾਣੇ ਗ੍ਰਿਫਤਾਰ ਹੋਏ ਨੇ ਤੇ ਇਹਨਾਂ ਕੋਲੋਂ ਕਿੰਨੀ ਮਾਤਰਾ ਵਿੱਚ
ਨਸ਼ਾ ਅਤੇ ਨਕਦੀ ਬਰਾਮਦ ਹੋਈ ਹੈ। ਓਨਟਾਰੀਓ ਤੋਂ ਗੈਸ ਦੀਆਂ ਕੀਮਤਾਂ ਬਾਰੇ ਤਾਜ਼ਾ ਜਾਣਕਾਰੀ ਸਾਹਮਣੇ ਆ ਰਹੀ ਹੈ, ਜਿੱਥੇ ਦੱਸਿਆ ਜਾ ਰਿਹਾ ਹੈ ਕਿ ਇਹਨਾਂ ਕੀਮਤਾਂ ਵਿੱਚ ਹਲਕੀ ਗਿਰਾਵਟ ਦਰਜ ਕੀਤੀ ਜਾ ਸਕਦੀ ਹੈ। ਮਈ ਮਹੀਨੇ ਤੋਂ ਬਾਅਦ ਹੁਣ ਅਜਿਹਾ ਹੋਣ ਜਾ ਰਿਹਾ ਹੈ, ਜਿਸ ਬਾਰੇ ਐਕਸਪਰਟਸ ਲਗਾਤਾਰ ਆਪਣੇ ਵਿਚਾਰ ਸਾਂਝੇ ਕਰ ਰਹੇ ਨੇ। ਓਨਟਾਰੀਓ ਵਿੱਚ ਗੈਸ ਦੀਆਂ ਕੀਮਤਾਂ ਕੀ ਰਹਿਣ ਵਾਲੀਆਂ ਨੇ, ਇਸ ਬਾਰੇ ਜਾਣਕਾਰੀ ਸਾਹਮਣੇ ਆ ਰਹੀ ਹੈ। ਮੰਨਿਆ ਜਾ ਰਿਹਾ ਹੈ ਕਿ ਇੱਥੇ ਪਹਿਲਾਂ ਦੇ ਮੁਕਾਬਲੇ ਗੈਸ ਦੀਆਂ ਕੀਮਤਾਂ ਘੱਟ ਹੋਣਗੀਆਂ। ਜੀ ਹਾਂ, ਗੈਸ ਦੀਆਂ ਕੀਮਤਾਂ ਐਵਰੇਜ ਪ੍ਰਾਈਸ ਦੇ ਉੱਪਰ ਪਹੁੰਚ ਸਕਦੀਆਂ ਨੇ, ਜਿਸ ਬਾਰੇ ਮਾਹਿਰਾਂ ਵੱਲੋਂ ਦੱਸਿਆ ਜਾ ਰਿਹਾ ਹੈ। ਕੈਨੇਡੀਅਨਸ ਫਾਰ ਅਫੋਰਡੇਬਲ ਐਨਰਜੀ ਦੇ ਪ੍ਰੈਜ਼ੀਡੈਂਟ ਲਗਾਤਾਰ ਗੈਸ ਦੀਆਂ ਕੀਮਤਾਂ ਬਾਰੇ ਜਾਣਕਾਰੀ ਸਾਂਝੀ ਕਰਦੇ ਦਿਖਾਈ ਦੇ ਰਹੇ ਨੇ। ਉਹਨਾਂ ਦਾ ਕਹਿਣਾ ਹੈ ਕਿ ਇੱਥੇ ਕਈ ਥਾਵਾਂ ਤੇ ਗੈਸ ਦੀਆਂ ਕੀਮਤਾਂ $2 ਪ੍ਰਤੀ ਲੀਟਰ ਦੇ ਹਿਸਾਬ ਤੋਂ ਘੱਟ ਪਹੁੰਚ ਜਾਣਗੀਆਂ। ਦੱਸਿਆ ਜਾ ਰਿਹਾ ਹੈ ਕਿ ਇੱਥੇ $2 ਤੋਂ ਘੱਟ ਕੀਮਤਾਂ ਹੋਣਗੀਆਂ। ਅਜਿਹਾ ਮਈ ਮਹੀਨੇ ਤੋਂ ਬਾਅਦ ਪਹਿਲੀ ਵਾਰ ਹੋਣ ਜਾ ਰਿਹਾ ਹੈ, ਜਿੱਥੇ ਐਵਰੇਜ ਗੈਸ ਪ੍ਰਾਈਸ $2 ਦੇ ਅਧੀਨ ਪਹੁੰਚ ਜਾਵੇਗੀ। ਜ਼ਿਕਰਯੋਗ ਹੈ ਕਿ ਰੂਸ ਵੱਲੋਂ ਜੋ ਯੂਕਰੇਨ ਉੱਪਰ ਹਮਲਾ ਕੀਤਾ ਗਿਆ, ਇਸ ਦਾ ਅਸਰ ਵੱਖ-ਵੱਖ ਦੇਸ਼ਾਂ ਦੇ ਉੱਪਰ ਦੇਖਣ ਨੂੰ ਮਿਲ ਰਿਹਾ ਹੈ, ਜਿਸ ਕਾਰਨ ਗੈਸ ਦੀਆਂ ਕੀਮਤਾਂ ਕਾਫੀ ਹੱਦ ਤੱਕ ਪ੍ਰਭਾਵਿਤ ਹੋਈਆਂ ਨੇ। ਕੈਨੇਡਾ, ਅਮਰੀਕਾ ਸਮੇਤ ਬਾਕੀ ਦੇਸ਼ਾਂ ਵਿੱਚ ਵੀ ਲਗਾਤਾਰ ਗੈਸ ਦੀਆਂ ਕੀਮਤਾਂ ਅੰਦਰ ਵਾਧਾ ਦਰਜ ਕੀਤਾ ਜਾ ਰਿਹਾ ਹੈ। ਅਮਰੀਕਾ ਵਿੱਚ ਤਾਂ ਇਸ ਸਮੇਂ ਗੈਸ ਦੀਆਂ ਕੀਮਤਾਂ ਅਸਮਾਨ ਛੂ ਰਹੀਆਂ ਨੇ। ਕਈ ਥਾਵਾਂ ਦੇ ਉੱਪਰ ਜਿਹੜੇ ਡਰਾਈਵਰ ਨੇ ਉਹਨਾਂ ਨੂੰ ਤਾਂ ਗੈਸ ਦੀਆਂ ਕੀਮਤਾਂ ਵਾਸਤੇ $6 ਤੋਂ ਵੱਧ ਦੇਣੇ ਪੈ ਰਹੇ ਨੇ। ਅਮਰੀਕਾ ਦੇ ਕੈਲੀਫੋਰਨੀਆ ਸੂਬੇ ਵਿੱਚ ਇਸ ਸਮੇਂ ਸਭ ਤੋਂ ਮਹਿੰਗੀ ਗੈਸ ਮਿਲ ਰਹੀ ਹੈ, ਜਿਸ ਬਾਰੇ ਲਗਾਤਾਰ ਅਪਡੇਟ ਦਿੱਤੀ ਜਾ ਰਹੀ ਹੈ। ਗੱਲ ਕੈਨੇਡਾ ਦੀ ਕਰੀਏ ਤਾਂ ਇੱਥੇ ਕਈ ਸੂਬਿਆਂ ਵਿੱਚ ਗੈਸ ਦੀਆਂ ਕੀਮਤਾਂ ਵਧੀਆਂ ਹੋਈਆਂ ਦਿਖਾਈ ਦੇ ਰਹੀਆਂ ਨੇ। ਬ੍ਰਿਟਿਸ਼ ਕੋਲੰਬੀਆ ਸੂਬੇ ਵਿੱਚ ਤਾਂ ਤੇਲ ਦੀਆਂ ਕੀਮਤਾਂ ਕਾਫੀ ਜ਼ਿਆਦਾ ਹਨ। ਓਨਟਾਰੀਓ ਤੋਂ ਵੀ ਲਗਾਤਾਰ ਜਾਣਕਾਰੀ ਸਾਹਮਣੇ ਆ ਰਹੀ ਹੈ, ਜਿੱਥੇ ਦੱਸਿਆ ਜਾ ਰਿਹਾ ਹੈ ਕਿ ਸਮੇਂ-ਸਮੇਂ ਤੇ ਗੈਸ ਦੀਆਂ ਕੀਮਤਾਂ ਵਿੱਚ ਕੀ ਬਦਲਾਅ ਹੋ ਰਿਹਾ ਹੈ। ਤਾਜ਼ਾ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਗਿਆ ਕਿ ਹੁਣ ਪਹਿਲਾਂ ਦੇ ਮੁਕਾਬਲੇ ਇਸ ਵਿੱਚ ਹਲਕੀ ਗਿਰਾਵਟ ਆਵੇਗੀ, ਭਾਵ ਕਿ ਐਵਰੇਜ ਪ੍ਰਾਈਸ ਦੇ ਉੱਪਰ ਓਨਟਾਰੀਓ ਵਿੱਚ ਗੈਸ ਦੀਆਂ ਕੀਮਤਾਂ ਹੁਣ ਪਹੁੰਚ ਸਕਦੀਆਂ ਨੇ। ਕੈਮਲੂਪਸ ਦੇ ਨੇੜੇ ਹਾਈਵੇ 5 ਦੇ ਉੱਪਰ ਹਾਦਸਾ ਵਾਪਰਿਆ। ਹਾਦਸੇ ਵਿੱਚ ਬੱਚੇ ਸਮੇਤ 3 ਜਣਿਆਂ ਦੀ ਜਾਨ ਚਲੀ ਗਈ। ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ। ਉਹਨਾਂ ਨੂੰ ਨਹੀਂ ਪਤਾ ਕਿ ਇਸ ਹਾਦਸੇ ਵਿੱਚ ਕਿੰਨੇ ਵਾਹਨ ਆਪਸ ਵਿੱਚ ਟਕਰਾਏ। ਮਲਟੀ ਵਹੀਕਲ ਕੋਲੀਜਨ ਦੇ ਬਾਰੇ ਉਹਨਾਂ ਵੱਲੋਂ ਜਾਣਕਾਰੀ ਦਿੱਤੀ ਗਈ। ਇਸ ਤੋਂ ਇਲਾਵਾ ਇਹ ਵੀ ਦੱਸਿਆ ਗਿਆ ਹੈ ਕਿ 24 ਘੰਟਿਆਂ ਦੌਰਾਨ ਇਸ ਹਾਈਵੇ ਦੇ ਉੱਪਰ ਇਹ ਦੂਸਰਾ ਹਾਦਸਾ ਹੈ। ਕੈਮਲੂਪਸ ਦੇ ਨੇੜੇ ਹਾਈਵੇ 5 ਤੇ ਹਾਦਸਾ ਵਾਪਰਿਆ। ਇਸ ਹਾਦਸੇ ਵਿੱਚ 3 ਜਣਿਆਂ ਦੀ ਮੌਤ ਹੋ ਗਈ। ਦੱਸਿਆ ਜਾ ਰਿਹਾ ਕਿ ਇਹਨਾਂ 3 ਜਣਿਆਂ ਵਿੱਚ ਇੱਕ ਬੱਚਾ ਵੀ ਸ਼ਾਮਿਲ ਸੀ, ਜਿਸ ਨੇ ਦਮ ਤੋੜ ਦਿੱਤਾ। ਇਸ ਤੋਂ ਇਲਾਵਾ ਇਹ ਵੀ ਜਾਣਕਾਰੀ ਸਾਹਮਣੇ ਆ ਰਹੀ ਹੈ ਕਿ 24 ਘੰਟਿਆਂ ਦੌਰਾਨ ਹਾਈਵੇ 5 ਦੇ ਉੱਪਰ ਇਹ ਦੂਸਰਾ ਹਾਦਸਾ ਵਾਪਰਿਆ ਹੈ। ਜੀ ਹਾਂ, ਕੈਮਲੂਪਸ ਦੇ ਨਾਰਥ ਵੱਲ ਹਾਈਵੇ 5 ਦੇ ਉੱਪਰ ਮਲਟੀ ਵਹੀਕਲ ਕ੍ਰੈਸ਼ ਦੇ ਬਾਰੇ ਜਾਣਕਾਰੀ ਸਾਂਝੀ ਕੀਤੀ ਗਈ ਹੈ, ਜਿਸ ਵਿੱਚ ਬੱਚੇ ਸਮੇਤ 3 ਜਣਿਆਂ ਨੇ ਦਮ ਤੋੜ ਦਿੱਤਾ। ਬ੍ਰਿਟਿਸ਼ ਕੋਲੰਬੀਆ ਹਾਈਵੇ ਪੈਟਰੋਲ ਵੱਲੋਂ ਇਸ ਬਾਰੇ ਜਾਣਕਾਰੀ ਸਾਂਝੀ ਕੀਤੀ ਗਈ, ਜਿੱਥੇ ਉਹਨਾਂ ਦੱਸਿਆ ਕਿ ਇਹ ਮਾਮਲਾ ਸਵੇਰੇ 11 ਵਜੇ ਦੇ ਕਰੀਬ ਸਾਹਮਣੇ ਆਇਆ। ਫਿਲਹਾਲ ਉਹਨਾਂ ਵੱਲੋਂ ਇਹ ਤਾਂ ਅਜੇ ਨਹੀਂ ਦੱਸਿਆ ਗਿਆ ਕਿ ਇਸ ਹਾਦਸੇ ਵਿੱਚ ਕਿੰਨੇ ਵਾਹਨ ਸ਼ਾਮਲ ਸਨ, ਪਰ ਇਹ ਜ਼ਰੂਰ ਦੱਸਿਆ ਗਿਆ ਹੈ ਕਿ ਜਿਹੜੇ ਵਾਹਨ ਆਪਸ ਵਿੱਚ ਟਕਰਾਏ, ਇਹਨਾਂ ਵਿੱਚ ਇੱਕ ਸੈਮੀ ਟਰੱਕ ਵੀ ਸ਼ਾਮਲ ਸੀ। ਮਾਊਂਟੀਜ਼ ਦੇ ਦੱਸਣ ਮੁਤਾਬਕ ਹਾਦਸੇ ਵਿੱਚ ਜਿਹੜੇ ਪੀੜਤ ਪਾਏ ਗਏ, ਉਹਨਾਂ ਵਿੱਚ 2 ਅਡਲਟਸ ਅਤੇ ਇੱਕ ਬੱਚਾ ਸੀ, ਜਿਨ੍ਹਾਂ ਦੀ ਹਾਦਸੇ ਵਿੱਚ ਮੌਤ ਹੋ ਗਈ। ਫਿਲਹਾਲ ਇਹ ਸਪਸ਼ਟ ਨਹੀਂ ਹੋ ਸਕਿਆ ਕਿ ਇਹ ਹਾਦਸਾ ਕਿਵੇਂ ਵਾਪਰਿਆ। ਪੁਲਿਸ ਵੱਲੋਂ ਹਾਦਸੇ ਦੇ ਕਾਰਨ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਜਿਹੜੀ ਥਾਂ ਦੇ ਉੱਪਰ ਇਹ ਘਟਨਾ ਵਾਪਰੀ ਹੈ, ਉਸ ਨੂੰ ਕੁਝ ਸਮੇਂ ਵਾਸਤੇ ਬੰਦ ਰੱਖਿਆ ਗਿਆ ਅਤੇ ਮੋਟਰਸਾਈਕਲਿਸਟ ਨੂੰ ਇਹ ਗੱਲ ਕਹੀ ਗਈ ਸੀ ਕਿ ਇੱਥੇ ਆਉਣ ਤੋਂ ਪਰਹੇਜ਼ ਕੀਤਾ ਜਾਵੇ। ਇਸ ਤੋਂ ਇਲਾਵਾ ਇਹ ਵੀ ਉਹਨਾਂ ਵੱਲੋਂ ਦੱਸਿਆ ਗਿਆ ਕਿ 24 ਘੰਟਿਆਂ ਦੌਰਾਨ ਇੱਥੇ 2 ਹਾਦਸੇ ਵਾਪਰੇ ਹਨ। ਇਸ ਤੋਂ ਪਹਿਲਾਂ ਬੁੱਧਵਾਰ ਰਾਤ ਨੂੰ ਵੀ ਇੱਕ ਮਾਮਲਾ ਸਾਹਮਣੇ ਆਇਆ ਸੀ, ਜਿੱਥੇ ਵਾਹਨ ਆਪਸ ਵਿੱਚ ਟਕਰਾ ਗਏ। ਜਿਹੜਾ ਪਿਕਅਪ ਦਾ ਡਰਾਈਵਰ ਸੀ, ਉਹ ਇਸ ਦੌਰਾਨ ਜ਼ਖਮੀ ਹੋਇਆ ਤੇ ਪੈਸੇਂਜਰ ਦੀ ਮੌਤ ਦੇ ਬਾਰੇ ਦੱਸਿਆ ਗਿਆ। ਹੁਣ ਆਰਸੀਐਮਪੀ ਵੱਲੋਂ ਇਹਨਾਂ ਦੋਹਾਂ ਮਾਮਲਿਆਂ ਸੰਬੰਧੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ। ਉਹਨਾਂ ਵੱਲੋਂ ਅਜੇ ਤੱਕ ਪੀੜਤਾਂ ਦੇ ਨਾਮ ਜਨਤਕ ਨਹੀਂ ਕੀਤੇ ਗਏ, ਪਰ ਇਨਵੈਸਟੀਗੇਸ਼ਨ ਅਜੇ ਜਾਰੀ ਹੈ। ਗੈਸ ਦੀਆਂ ਕੀਮਤਾਂ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ ਤੇ ਇਸ ਦੇ ਅੰਦਰ ਅਜੇ ਗਿਰਾਵਟ ਦਰਜ ਨਹੀਂ ਕੀਤੀ ਜਾਏਗੀ। ਮਾਹਰਾਂ ਦਾ ਮੰਨਣਾ ਹੈ ਕਿ ਇਹ ਵਾਧਾ 2023 ਤੱਕ ਜਾਰੀ ਰਹਿਣ ਵਾਲਾ ਹੈ। ਉਹਨਾਂ ਵੱਲੋਂ ਇਸ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ ਗਏ ਨੇ। ਦਰਅਸਲ ਜੋ ਯੂਕਰੇਨ ਅਤੇ ਰੂਸ ਵਿਚਕਾਰ ਜੰਗ ਲੱਗੀ ਹੋਈ ਹੈ, ਇਸ ਦਾ ਅਸਰ ਵੱਖ-ਵੱਖ ਦੇਸ਼ਾਂ ਦੇ ਉੱਪਰ ਪਿਆ। ਇਹਨਾਂ ਦੇਸ਼ਾਂ ਵਿੱਚ ਗੈਸ ਦੀਆਂ ਕੀਮਤਾਂ ਲਗਾਤਾਰ ਵਧੀਆਂ ਹੀ ਜਾ ਰਹੀਆਂ ਨੇ। ਗੈਸ ਦੀਆਂ ਕੀਮਤਾਂ ਵਿੱਚ ਜਿਹੜਾ ਲਗਾਤਾਰ ਵਾਧਾ ਹੋ ਰਿਹਾ ਹੈ, ਅਜੇ ਇਹ ਸਿਲਸਿਲਾ ਜਾਰੀ ਰਹਿਣ ਵਾਲਾ ਹੈ। ਜਲਦ ਇਹ ਗੈਸ ਦੀਆਂ ਕੀਮਤਾਂ ਘੱਟ ਨਹੀਂ ਹੋਣਗੀਆਂ। ਇਸ ਬਾਰੇ ਰਿਸਰਚ ਫਰਮ ਦਾ ਕਹਿਣਾ ਹੈ ਕਿ 2023 ਤੱਕ ਇਸ ਤਰ੍ਹਾਂ ਹੀ ਸਿਲਸਿਲਾ ਜਾਰੀ ਰਹਿਣ ਵਾਲਾ ਹੈ, ਭਾਵ ਕਿ ਗੈਸ ਦੀਆਂ ਕੀਮਤਾਂ ਲਗਾਤਾਰ ਵਧਦੀਆਂ ਰਹਿਣਗੀਆਂ। ਅਮਰੀਕਾ ਵਿੱਚ ਤਾਂ ਗੈਸ ਦੀਆਂ ਕੀਮਤਾਂ ਕਾਫੀ ਜ਼ਿਆਦਾ ਵੱਧ ਦਰਜ ਕੀਤੀਆਂ ਜਾ ਰਹੀਆਂ ਨੇ। ਇੱਥੇ ਕਈ ਥਾਵਾਂ ਦੇ ਉੱਤੇ ਤਾਂ ਡਰਾਈਵਰਾਂ ਨੂੰ $6 ਤੋਂ ਵੱਧ ਤੱਕ ਅਦਾ ਕਰਨੇ ਪੈ ਰਹੇ ਨੇ। ਇਸ ਤੋਂ ਇਲਾਵਾ ਵੁੱਡਮੈਕ ਵੱਲੋਂ ਜਾਣਕਾਰੀ ਦਿੱਤੀ ਗਈ ਕਿ ਰਿਫਾਈਨਰੀਜ਼ ਵੱਲੋਂ ਕ੍ਰੂਡ ਆਇਲ ਸੰਬੰਧੀ ਜਿਹੜਾ ਮੁਨਾਫਾ ਕਮਾਇਆ ਜਾ ਰਿਹਾ ਹੈ, ਉਹ ਪ੍ਰਤੀ ਬੈਰਲ ਦੇ ਹਿਸਾਬ ਨਾਲ $30 ਹੈ।
ਦੱਸ ਦਈਏ ਕਿ ਜੋ ਰੂਸ ਵੱਲੋਂ ਯੂਕਰੇਨ ਤੇ ਹਮਲਾ ਕੀਤਾ ਗਿਆ ਉਸ ਦਾ ਅਸਰ ਵੱਖ-ਵੱਖ ਦੇਸ਼ਾਂ ਦੇ ਉੱਪਰ ਪਿਆ। ਇਹ ਪ੍ਰਭਾਵ ਇਸ ਤਰ੍ਹਾਂ ਪਿਆ ਕਿ ਵੱਖ-ਵੱਖ ਦੇਸ਼ਾਂ ਵਿੱਚ ਗੈਸ ਦੀਆਂ ਕੀਮਤਾਂ ਆਸਮਾਨ ਛੂ ਰਹੀਆਂ ਨੇ। ਆਮ ਲੋਕਾਂ ਦੀ ਜੇਬ ਤੇ ਭਾਰੀ ਬੋਝ ਪੈ ਰਿਹਾ ਹੈ ਤੇ ਅਜੇ ਵੀ ਇਹ ਸਿਲਸਿਲਾ ਅੱਗੇ ਇਸੇ ਤਰ੍ਹਾਂ ਹੀ ਚੱਲਦਾ ਰਹਿਣ ਵਾਲਾ ਹੈ। ਐਕਸਪਰਟਸ ਦੀ ਮੰਨੀਏ ਤਾਂ ਉਹਨਾਂ ਦਾ ਕਹਿਣਾ ਹੈ ਕਿ ਅਗਲੇ ਸਾਲ ਤੱਕ ਪ੍ਰਤੀ ਬੈਰਲ ਦੇ ਹਿਸਾਬ ਨਾਲ ਗੈਸ ਦੀ ਕੀਮਤ $100 ਦਰਜ ਕੀਤੀ ਜਾ ਸਕਦੀ ਹੈ। ਇਸ ਦੇ ਨਾਲ ਹੀ ਜਾਂਦੇ ਇੱਕ ਵਾਰ ਫਿਰ ਤੋਂ ਨਜ਼ਰ ਮਾਰਦੇ ਹਾਂ ਹੈਡਲਾਈਨਸ ਤੇ। ਇਮੀਗ੍ਰੈਂਟਸ ਲਈ ਚੰਗੀ ਖਬਰ, ਹੁਣ ਵੱਧ ਇਮੀਗ੍ਰੈਂਟਸ ਆ ਸਕਣਗੇ ਨੋਵਾ ਸਕੋਸ਼ੀਆ। ਫਾਈਲਾਂ ਦੇ ਬੈਕਲੌਗ ਵਿੱਚ ਵਾਧਾ, ਅਪਲਾਈ ਕਰਨ ਵਾਲਿਆਂ ਨੂੰ ਕਰਨਾ ਪਵੇਗਾ ਇੰਤਜ਼ਾਰ। ਸਿੱਖਾਂ ਦੀ ਗ੍ਰਿਫਤਾਰੀ ਤੇ ਜਗਮੀਤ ਸਿੰਘ ਨੇ ਮੰਗਿਆ ਜਵਾਬ। ਇਸ ਮਾਮਲੇ ਸੰਬੰਧੀ ਪੁੱਛੇ ਜਗਮੀਤ ਸਿੰਘ ਨੇ ਸਵਾਲ। ਮਹਿੰਗਾਈ ਤੇ ਕੈਨੇਡਾ ਸਰਕਾਰ ਪਾਵੇਗੀ ਕਾਬੂ, $8.9 ਬਿਲੀਅਨ ਦੀ ਰਾਹਤ ਦਾ ਐਲਾਨ। ਖਬਰਾਂ ਦੇ ਇਸ ਬੁਲੇਟਿਨ ਵਿੱਚ ਇੰਨਾ ਹੀ। ਫਿਲਹਾਲ ਮੈਨੂੰ ਇੰਦਰਪ੍ਰੀਤ ਕੌਰ ਸੰਗੇੜਾ ਨੂੰ ਦਿਓ ਇਜਾਜ਼ਤ ਤੇ ਤੁਸੀਂ ਵੇਖਦੇ ਰਹੋ ਟੀਵੀ ਪੰਜਾਬ।